आज श्री मुक्तसर साहिब में डीसी दफ्तर के सामने भारतीय किसान यूनियन सिद्धूपुर एकता की तरफ से किसान महिला दिवस मनाया गया। मुक्तसर के डीसी दफ्तर के समक्ष किसान जत्थेबंदी बीकेयू सिद्धूपुर एकता की तरफ से किसान महिला दिवस पर मोदी सरकार के खिलाफ नारेबाजी की गई, जिसमें भारी संख्या में जिला मुक्तसर के विभिन्न गांवों से महिलाएं इकट्ठी हुईं। किसान नेता भी इस महिला दिवस में शामिल हुए और अधिक से अधिक 26 तारीख को दिल्ली पहुंचने के लिए किसानों और आम लोगों को अपील की। केंद्र सरकार द्वारा बनाए गए खेती खिलाफ काले कानूनों को लेकर अब तक हुई किसान मीटिंग का हवाला दिया और सरकार द्वारा किसानों के साथ हो रही धोखाधड़ी के बारे में जानकारी दी। किसान नेताओं ने बताया कि जब तक केंद्र सरकार काले कानून रद्द नहीं करती तब तक हमारा संघर्ष इसी तरह जारी रहेगा। उन्होंने अपील की कि दिल्ली में चल रहे संघर्ष का हिस्सा बनने के लिए अधिक से अधिक किसान और महिलाएं दिल्ली पहुंचें, जो कि 26 जनवरी को होने वाली ट्रैक्टर रैली में शामिल हो सकें। इस मौके अलग अलग गाँव से आई हुई अलग अलग महिलाओं ने बताया। मेरा नाम मैकप्रीत कौर है ते मैं पिंड फकरसर तो आई हाँ। महिला दिवस जी इन्हां बिल्लां दे जिहड़े काले कानून सरकार लैके आई है, इस दे खिलाफ महिलाओं का एक रोष प्रदर्शन है। किसानां दे अपने बंदियां दे नाल महिला मोढे नाल मोढा जोड़ के खड़ियां। 26 तरीक ਨੂੰ ਟਰੈਕਟਰ ਮਾਰਚ ਹੋ ਰਿਹਾ ਦਿੱਲੀ 'ਚ। ਉਹਦੇ 'ਚ ਕਿੰਨੇ ਕੁ ਬੰਦੇ ਮਹਿਲਾ ਕਿੰਨੀਆਂ ਕੁ ਜਾਣਗੇ ਤੁਹਾਡੀ? देखो जी 26 तरीक ਨੂੰ ਜਿਹੜਾ ਟਰੈਕਟਰ ਮਾਰਚ ਹੋ ਰਿਹਾ ਉਹ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਇੱਕ ਰੋਸ ਤੇ ਪ੍ਰਦਰਸ਼ਨ ਵਜੋਂ ਹੋ ਰਿਹਾ ਹੈ। ਤਾਂ ਸਾਡੇ ਪਿੰਡ ਚੋਂ ਵੱਧ ਤੋਂ ਵੱਧ ਅਸੀਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਜਾਓ ਅਤੇ ਸਾਡੇ ਪਿੰਡ ਦੀਆਂ ਮਹਿਲਾਵਾਂ ਵੀ ਵੱਧ ਤੋਂ ਵੱਧ ਹਿੱਸਾ ਲੈਣਗੀਆਂ। ਸਾਡੇ ਪਿੰਡ ਦੇ ਵਿੱਚੋਂ ਕਾਫੀ ਲੋਕ ਜਾ ਰਹੇ ਆ ਅਤੇ ਬਾਕੀ ਪਿੰਡਾਂ ਦੇ ਵਿੱਚੋਂ ਵੀ ਮਹਿਲਾਵਾਂ ਨੂੰ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਲਈ ਜ਼ਰੂਰ ਹੱਥ ਬੰਨ੍ਹ ਕੇ ਬੇਨਤੀ ਹੈ। ਕੇਂਦਰ ਸਰਕਾਰ ਵੱਲੋਂ किसान होए या कोई लंगर लगा रहा है या कोई पत्रकारी कर रहा जो साढ़े अगे भरा उत्थे हैगे डटे हुए ने उन्होंने केंद्र सरकार एक नोटिस कढ़ रही है, उस नोटिस को किस तरह देखो? ਇਹ ਜਿਹੜਾ ਨੋਟਿਸ ਕੇਂਦਰ ਸਰਕਾਰ ਕੱਢ ਰਹੀ ਹੈ ਇਹ ਬਿਲਕੁਲ ਗਲਤ ਹੈ, ਕਿਉਂਕਿ ਜਦੋਂ ਲੋਕਡਾਊਨ ਦੇ ਵਿੱਚ ਲੰਗਰ ਲਗਾਏ ਗਏ ਅਤੇ ਜਦੋਂ ਉਧਰ ਬੰਗਾਲ ਵਾਲੀ ਸਾਈਡ ਹੜ੍ਹ ਆਇਆ ਉਧਰ ਜਦੋਂ ਲੰਗਰ ਲਗਾਏ ਗਏ ਜਾਂ ਉਹਨਾਂ ਦੀ ਮਾਲੀ ਮਦਦ ਕੀਤੀ ਗਈ ਤਾਂ ਉਦੋਂ ਤਾਂ ਕੇਂਦਰ ਸਰਕਾਰ ਨੇ ਕੋਈ ਵੀ ਸਵਾਲ ਜਿਹੜੇ ਹੈਗੇ ਆ ਉਹ ਇਹਨਾਂ 'ਤੇ ਨਹੀਂ ਚੁੱਕੇ। ਹੁਣ ਜਦੋਂ ਇਹ ਆਪਣੀ ਮਦਦ ਲਈ ਲੰਗਰ ਲਗਾ ਰਹੇ ਆ ਤਾਂ ਕੇਂਦਰ ਸਰਕਾਰ ਨੂੰ ਇਹਨਾਂ ਤੋਂ ਦਿੱਕਤ ਹੋ ਰਹੀ ਹੈ। ਮੇਰਾ ਨਾਮ ਜੀ ਹਰਜਿੰਦਰ ਕੌਰ ਉਪਲਾ ਤੇ ਸੋ ਪਿੰਡ ਮੇਰਾ ਜਗ ਸਿੰਘ ਵਾਲਾ ਤੇ ਮੈਂ ਇੱਕ ਖੁਦ ਕਿਸਾਨ ਆ। ਸੋ ਅੱਜ ਸਾਡਾ ਜਿਹੜਾ ਮਹਿਲਾ ਦਿਵਸ ਆ ਤੇ ਉਹ ਵੀ ਚੱਲ ਰਿਹਾ, ਪਰ ਇਸ ਤੋਂ ਪਹਿਲਾਂ ਜਿਹੜਾ ਸਾਡਾ ਕਿਸਾਨੀ ਸੰਘਰਸ਼ ਆ ਤੇ ਤਕਰੀਬਨ 3 ਮਹੀਨਿਆਂ ਤੋਂ ਚੱਲ ਰਿਹਾ। ਜਿਹੜੇ ਸਰਕਾਰ ਨੇ ਮਾਰੂ ਨੀਤੀਆਂ ਕਾਲੇ ਕਾਨੂੰਨ ਜਿਹੜੇ ਬਿੱਲ ਆ ਕਿਸਾਨਾਂ ਦੇ ਲਈ ਪਾਸ ਕੀਤੇ ਆ ਤੇ ਸੋ ਉਹਨਾਂ ਨੂੰ ਲਾਗੂ ਕਰਨ ਲਈ ਸਰਕਾਰ ਜਿੱਦੋਜਹਿਦ ਹੋ ਰਹੀ ਆ। ਤੇ ਦੂਜੇ ਪਾਸੇ ਜਿਹੜੇ ਅਸੀਂ ਕਿਸਾਨ ਆ ਤੇ ਸਾਡੇ ਜਿਹੜੇ ਪਰਿਵਾਰ ਆ ਜਿੰਨੀਆਂ ਕਿ ਕਿਸਾਨ ਯੂਨੀਅਨ ਆ ਸਾਡੇ ਨਾਲ ਸਾਰੀਆਂ ਜੁੜੀਆਂ ਹੋਈਆਂ। ਸੋ ਅਸੀਂ ਇੱਥੋਂ ਪੰਜਾਬ ਦੇ ਧਰਨਿਆਂ ਤੋਂ ਹੁੰਦੇ ਹੋਏ ਦਿੱਲੀ ਦੇ ਧਰਨਿਆਂ ਤੱਕ ਅਸੀਂ ਪਹੁੰਚੇ ਤੇ ਅੱਜ ਮਹਿਲਾ ਦਿਵਸ ਦੇ ਉੱਤੇ ਵੀ ਜਿਹੜਾ ਇਹ ਧਰਨਾ ਮਹਿਲਾ ਦਿਵਸ ਆ ਜਿਹੜਾ ਉਹ ਅੱਜ ਸੜਕ ਤੇ ਬੈਠ ਕੇ ਸੋ ਸਰਕਾਰ ਨੂੰ ਇਹ ਅਪੀਲ ਕਰਨ ਲਈ ਮਨਾਇਆ ਜਾ ਰਿਹਾ ਵੀ ਜਿਹੜੇ ਕਾਲੇ ਕਾਨੂੰਨ ਆ ਜਿਹੜੇ ਬਿੱਲ ਆ ਉਹਨਾਂ ਨੂੰ ਰੱਦ ਕੀਤਾ ਜਾਵੇ। ਸੋ ਬਹੁਤ ਹੀ ਮੰਦਭਾਗੀ ਘਟਨਾ ਕਿ ਜਿਹੜਾ ਇੱਕ ਔਰਤ ਨੂੰ ਆਜ਼ਾਦੀ ਦਾ ਦਿਵਸ ਕਿਹਾ ਜਾਂਦਾ। ਸੋ ਅੱਜ ਤੱਕ ਮੈਂ ਜਿੰਨਾ ਕੁ ਆਪਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਪਰ ਮੈਂ ਦੇਖਿਆ ਨਹੀਂ ਗਾ ਵੀ ਔਰਤ ਨੂੰ ਇੱਕ ਬਰਾਬਰ ਦਾ ਜਿਹੜਾ ਹੱਕ ਅੱਜ ਤੱਕ ਮਿਲਿਆ, ਕਿਉਂਕਿ ਔਰਤ ਦੀ ਕਿਤੇ ਵੀ ਸੁਣਵਾਈ ਨਹੀਂ, ਸਿਰਫ ਇੱਕ ਕਹਿਣ ਦੇ ਵਿੱਚ ਆਉਂਦਾ ਲੇਡੀਜ਼ ਫਸਟ ਤੇ ਇਹ ਇੰਨੇ ਸਪੈਲਿੰਗ ਤੱਕ ਹੀ ਸੀਮਤ ਆ, ਇਦੋਂ ਉੱਪਰ ਕੋਈ ਨਹੀਂ। ਕਿਉਂਕਿ ਜਿਹੜੇ ਸਾਡੇ ਮੇਨ ਹੱਕ ਸੀਗੇ ਸਾਡੇ ਤਾਂ ਕਿਸਾਨ ਭਰਾਵਾਂ ਦੇ ਵੀ ਹੱਕ ਖੋਏ ਜਾ ਰਹੇ ਆ। ਸੋ ਔਰਤਾਂ ਨੂੰ ਹੱਕ ਦੇਣ ਦੀ ਸਰਕਾਰ ਗੱਲ ਕਰ ਰਹੀ ਆ। ਸੋ ਇਹਦੇ ਵਿੱਚ ਹੱਕ ਦੇਣ ਦੀ ਬਜਾਏ ਹੱਕ ਖੋਏ ਜਾ ਰਹੇ ਆ। ਮੈਨੂੰ ਲੱਗਦਾ ਵੀ ਇੱਕ ਕਹਿਣ ਨੂੰ ਤੇ ਲਿਖਣ ਨੂੰ ਗੱਲ ਅਲੱਗ ਹੁੰਦੀ ਆ, ਉਹ ਪੇਪਰਾਂ ਤੱਕ ਹੀ ਸੀਮਤ ਰਹਿ ਜਾਂਦੀ ਆ। ਤਾਂ ਸੋ ਜਿਹੜੀ ਦੂਜੀ ਸਾਡੀ ਮੰਗ ਆ ਵੀ ਕਿਸਾਨੀ ਸੰਘਰਸ਼ ਦੇ ਦੌਰਾਨ ਜਿੰਨੇ ਵੀ ਸਾਡੇ ਕਿਸਾਨ ਭਰਾ ਸੰਘਰਸ਼ ਚੱਲਦੇ ਦੌਰਾਨ ਸ਼ਹੀਦ ਹੋਏ ਆ, ਸੋ ਸਰਕਾਰ ਨੂੰ ਸਾਡੀ ਬੇਨਤੀ ਆ ਪੰਜਾਬ ਸਰਕਾਰ ਨੂੰ ਸੋ ਜਿੰਨੀਆਂ ਵੀ ਜਿਹੜੀਆਂ ਮੇਰੀਆਂ ਬੀਬੀਆਂ ਭੈਣਾਂ ਜਿਹੜੀਆਂ ਉਹਦੇ ਵਿੱਚ ਵਿਧਵਾ ਹੋ ਗਈਆਂ ਸੋ ਉਹਨਾਂ ਨੂੰ ਸਰਕਾਰ ਆ ਜਿਹੜੀ ਪੈਨਸ਼ਨ ਦੇਵੇ ਤੇ ਜਿਹੜੇ ਉਹ ਕਿਸਾਨ ਸ਼ਹੀਦ ਹੋਇਆ ਉਹਨਾਂ ਦੇ ਸਿਰ ਜਿੰਨਾ ਵੀ ਕਰਜ਼ਾ ਉਹ ਸਰਕਾਰ ਮਾਫ ਕਰੇ, ਠੀਕ ਆ। ਤੇ ਜਿਹੜੇ ਉਹਨਾਂ ਦੇ ਬੱਚੇ ਨੇ
ਉਹਨਾਂ ਨੂੰ ਸਰਕਾਰ ਜਿੰਨੇ ਵੀ ਬੱਚੇ ਅੱਗੇ ਤੱਕ ਪੜ੍ਹਨਾ ਚਾਹੁੰਦੇ ਆ ਸੋ ਪੜ੍ਹਾਈ ਦਾ ਜਿਹੜਾ ਖਰਚਾ ਉਹ ਸਾਰਾ ਪੰਜਾਬ ਸਰਕਾਰ ਚੱਕੇ ਤੇ ਸੋ ਬੱਚਿਆਂ ਦੀ ਵੀ ਪੈਨਸ਼ਨ ਲੱਗਣੀ ਚਾਹੀਦੀ ਆ ਤੇ ਸੋ ਉਹ ਬੀਬੀਆਂ ਭੈਣਾਂ ਨੂੰ ਵੀ ਇੱਕ ਪੈਨਸ਼ਨ ਦੇ ਰੂਪ ਵਿੱਚ ਇੱਕ ਮਾਲੀ ਮਦਦ ਦਿੱਤੀ ਜਾਵੇ ਕਿਉਂਕਿ ਜਿਸ ਪਰਿਵਾਰ ਦਾ ਕੋਈ ਮਰਦ ਇਸ ਪਰਿਵਾਰ ਵਿੱਚੋਂ ਸੰਸਾਰ ਵਿੱਚੋਂ ਹਮੇਸ਼ਾ ਲਈ ਚਲਿਆ ਜਾਂਦਾ ਸੋ ਇੱਕ ਉਹ ਪਰਿਵਾਰ ਹੀ ਦੱਸ ਸਕਦਾ ਵੀ ਉਹਦੇ ਉੱਤੇ ਕਿੰਨਾ ਜਿਹੜਾ ਦੁੱਖ ਦਾ ਉਹ ਕਹਿਰ ਆ ਜਿਹੜਾ ਉਹ ਢਿਆ ਹੋਇਆ ਤੇ ਪਰਿਵਾਰ ਬਿਨਾਂ ਇੱਕ ਮੈਂਬਰ ਬਿਨਾਂ ਜਿਹੜੇ ਉਹ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਜ਼ਰੂਰਤਾਂ ਉਹ ਕਿਵੇਂ ਪੂਰਾ ਕਰ ਸਕਦੀਆਂ। ਸੋ ਜਿਹੜੇ ਸਾਡੇ ਕਿਸਾਨ ਭਰਾ ਉਹ ਖੇਤੀ ਨਾਲ ਜੁੜੇ ਹੋਏ ਤੇ ਖੇਤੀਬਾੜੀ ਤੋਂ ਜਿਹੜਾ ਸਾਡਾ ਮੇਨ ਪਰਿਵਾਰਾਂ ਦਾ ਗੁਜ਼ਾਰਾ ਚੱਲਦਾ। ਸੋ ਜਿਵੇਂ ਸਾਡੇ ਪਰਿਵਾਰ ਵਿੱਚੋਂ ਚਾਹੇ ਕੋਈ ਇੱਕ ਮੈਂਬਰ ਵੀ ਚਲਿਆ ਗਿਆ ਤੇ ਸੋ ਜਿਹੜਾ ਸਾਡਾ ਖੇਤੀਬਾੜੀ ਦਾ ਸਾਡੇ ਪਰਿਵਾਰ ਨੂੰ ਇੱਕ ਘਾਟਾ ਪਿਆ ਗਾ। ਸੋ ਜਿੰਨੇ ਵੀ ਸਾਡੇ ਕਿਸਾਨ ਭਰਾ ਨੇ ਜਿੰਨੀਆਂ ਯੂਨੀਅਨਾਂ ਨੇ ਸਾਨੂੰ ਸਾਰਿਆਂ ਨੂੰ ਉਸ ਚੀਜ਼ ਦਾ ਘਾਟਾ ਪਿਆ ਕਿਉਂਕਿ ਜਿੰਨੇ ਵੀ ਸਾਡੇ ਕਿਸਾਨ ਭਰਾ ਸ਼ਹੀਦ ਹੋਏ ਆ ਤੇ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਇਹ ਸਾਡੀ ਮੰਗ ਆ ਇਹ ਵੀ ਜਿੰਨੀ ਜਲਦੀ ਹੋ ਸਕਦਾ ਇਸ ਚੀਜ਼ ਨੂੰ ਲਾਗੂ ਕੀਤਾ ਜਾਵੇ। ਸੋ ਅਸੀਂ ਇਹੀ ਜਿਹੜੀ ਅੱਜ ਮਹਿਲਾ ਦਿਵਸ ਦੇ ਉੱਤੇ ਮੇਨ ਮੰਗ ਆ ਆਪਦੇ ਕਿਸਾਨ ਜਿਹੜੇ ਸ਼ਹੀਦ ਹੋਏ ਆ ਉਹਨਾਂ ਲਈ ਇਹ ਮੰਗ ਰੱਖੀ ਆ ਕਿ ਸਾਡੇ ਉਹ ਪਰਿਵਾਰਾਂ ਦੇ ਲਈ ਸਰਕਾਰ ਆ ਜਿਹੜੀ ਉਹ ਇੱਕ ਸਪੈਸ਼ਲ ਉਹਨਾਂ ਨੂੰ ਵੀ ਇਹ ਰਾਹਤ ਦੇਵੇ ਤੇ ਜਿੰਨੀ ਜਲਦੀ ਹੋ ਸਕਦਾ ਉਹ ਪਰਿਵਾਰਾਂ ਦੀ ਸੁਣਵਾਈ ਹੋਵੇ। 26 ਤਰੀਕ ਨੂੰ ਵੀ ਤੁਸੀਂ ਜਿਹੜੀਆਂ ਮਹਿਲਾਵਾਂ ਜਾ ਰਹੀਆਂ? ਹਾਂਜੀ, ਕਿਉਂਕਿ ਅਸੀਂ ਪਹਿਲਾਂ ਵੀ ਦਿੱਲੀ ਇੱਕ ਹਫ਼ਤਾ ਲਾ ਕੇ ਆਏ ਹਾਂ ਕਿਉਂਕਿ ਜਿਹੜਾ ਇਹ ਕਿਸਾਨੀ ਸੰਘਰਸ਼ ਆ ਇੱਥੇ ਚਾਹੇ ਮਹਿਲਾ ਤੇ ਚਾਹੇ ਪੁਰਸ਼ ਆ ਇਹਨਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਕਿਉਂਕਿ ਸਾਡੇ ਜਿਹੜੇ ਆਪਣੇ ਨਿੱਜੀ ਫਰਜ਼ ਆ ਅਸੀਂ ਆਪਦੇ ਫਰਜ਼ਾਂ ਨੂੰ ਸਮਝਦੇ ਹੋਏ ਆਪਦੀਆਂ ਜ਼ਮੀਨ ਜਾਇਦਾਦ ਨੂੰ ਬਚਾਉਣ ਲਈ ਆਪਣੇ ਕਿੱਤਿਆਂ ਨੂੰ ਬਚਾਉਣ ਲਈ ਕਿਉਂਕਿ ਜਿਹੜੀ ਸਾਡੀ ਖੇਤੀਬਾੜੀ ਆ ਉਹ ਸਾਡੀ ਰੋਟੀ ਆ ਕਿਉਂਕਿ ਜੇ ਇਹ ਲਾਗੂ ਹੋ ਜਾਂਦਾ ਤਾਂ ਫਿਰ ਅਸੀਂ ਬੇਰੁਜ਼ਗਾਰ ਹੋ ਜਾਾਂਗੇ ਤੇ ਜੇ ਬੇਰੁਜ਼ਗਾਰ ਹੋ ਜਾਾਂਗੇ ਤਾਂ ਜਿਹੜੀ ਸਾਡੀ ਹੋਂਦ ਆ ਉਹ ਖਤਮ ਹੋ ਜੂਗੀ। ਸੋ ਖੇਤੀਬਾੜੀ ਹੈ ਜਿਹੜਾ ਸਾਡਾ ਪਿਤਾ ਪੁਰਖੀ ਕਿੱਤੇ ਆ ਜਿਹੜੀ ਸਾਡੇ ਮਾਂ ਪਿਓ ਨੇ ਬੜੇ ਖੂਨ ਪਸੀਨੇ ਝੱਲ ਕੇ ਮੁੜ ਕੇ ਝੱਲ ਕੇ ਉਹ ਜ਼ਮੀਨਾਂ ਬਣਾਈਆਂ ਨੇ ਜਿਨ੍ਹਾਂ ਦੇ ਉੱਤੇ ਸਾਡੀ ਜਿਵੇਂ ਜਿਵੇਂ ਜਨਰੇਸ਼ਨ ਅੱਗੇ ਵੱਧਦੀ ਆ ਉਵੇਂ ਅਸੀਂ ਖੇਤੀਬਾੜੀ ਕਰਦੇ ਹਾਂ ਉਸ ਕਿੱਤੇ ਨੂੰ ਅਸੀਂ ਜਾਰੀ ਰੱਖਦੇ ਹਾਂ। ਸੋ ਜਿਸ ਦੇ ਨਾਲ ਜਿਹੜਾ ਸਾਡੇ ਸੰਸਾਰ ਦਾ ਜਿਹੜਾ ਢਾਂਚਾ ਚੱਲਦਾ ਗਾ ਸੋ ਚਾਹੇ ਅਸੀਂ ਬਾਜ਼ਾਰਾਂ ਦੇ ਵਿੱਚ ਆਉਣੇ ਆ ਚਾਹੇ ਸਾਡੇ ਨਾਲ ਮਜ਼ਦੂਰੀ ਵਰਗ ਜੁੜਿਆ ਹੋਇਆ ਚਾਹੇ ਅਸੀਂ ਕਿਸਾਨ ਖੁਦ ਇੱਕ ਮਜ਼ਦੂਰ ਆ ਸੋ ਅਸੀਂ ਮਿਹਨਤ ਨਾਲ ਜੁੜੇ ਹੋਏ ਆ। ਜੇ ਇਹ ਚੀਜ਼ ਲਾਗੂ ਹੁੰਦੀ ਹੈ ਤਾਂ ਸਾਡੇ ਪੰਜਾਬ ਦਾ ਜਿਹੜਾ ਸਾਡਾ ਆਪਦਾ ਖੁਦ ਦਾ ਫਿਊਚਰ ਆ ਸਾਡੇ ਜਾਂ ਬੱਚਿਆਂ ਦਾ ਫਿਊਚਰ ਆ ਉਹ ਖਤਮ ਹੁੰਦਾ। ਸੋ ਸਰਕਾਰ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ ਕਿ 26 ਤਰੀਕ ਤੋਂ ਪਹਿਲਾਂ ਜਿਹੜੇ ਇਹ ਬਿੱਲ ਆ ਤੇ ਇਹਨਾਂ ਨੂੰ ਬਿਲਕੁਲ ਰੱਦ ਕੀਤਾ ਜਾਵੇ। ਸੋ ਪਿੱਛੇ ਜੇ ਇੱਕ ਅਪਡੇਟ ਆਈ ਸੀ ਵੀ ਬਿੱਲ ਨੂੰ ਹੋਲਡ ਕਰਨ ਦੀ ਇੱਕ ਤਕਨੀਕ ਚੱਲ ਰਹੀ ਹੈ ਵੀ ਇਹਨਾਂ ਬਿੱਲਾਂ ਨੂੰ ਹੋਲਡ ਪਰ ਹੋਲਡ ਕਰਤੇ ਤਾਂ ਕੁਝ ਸਮੇਂ ਤੱਕ ਲਾਗੂ ਹੋ ਸਕਦੇ ਆ। ਸੋ ਸਾਡੀ ਬੇਨਤੀ ਹੈ ਕਿ ਇਹਨਾਂ ਬਿੱਲਾਂ ਨੂੰ ਜਿਹੜਾ ਉਹ ਤੇ ਉਹਨਾਂ ਨੂੰ ਬਿਲਕੁਲ ਰੱਦ ਕਰ ਦਿੱਤਾ ਜਾਵੇ। ਹਾਂਜੀ ਮੈਂ ਮਹਿਲਾ ਦਿਵਸ ਨੂੰ ਜਾਣਦੀ ਹਾਂ ਜੀ। ਮੈਂ ਮਹਿਲਾ ਦਿਵਸ ਤੇ ਬੱਚਿਆਂ ਨੇ ਬਹੁਤ ਕੁਝ ਬੋਲ ਦਿੱਤਾ ਮੈਂ ਉਹਨਾਂ ਨੂੰ ਨਹੀਂ ਬੋਲਣਾ ਚਾਹੁੰਦੀ ਉਸ ਚੀਜ਼ ਤੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਮਹਿਲਾ ਦਿਵਸ ਅੱਜ। ਮੈਂ ਤਾਂ ਪ੍ਰਧਾਨ ਮੰਤਰੀ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਪ੍ਰਧਾਨ ਮੰਤਰੀ ਜੀ ਪਰ ਜੀ ਦੇ ਤੁਸੀਂ ਕਾਬਲ ਤਾਂ ਨਹੀਂ ਹੈਗੇ ਪਰ ਸਾਨੂੰ ਜੀ ਲਾਉਣਾ ਪੈਂਦਾ ਨਾਲ ਤੁਸੀਂ ਜੀ ਵਾਲਾ ਕੋਈ ਕੰਮ ਨਹੀਂ ਕੀਤਾ। ਪ੍ਰਧਾਨ ਮੰਤਰੀ ਜੀ ਮੈਂ ਤੁਹਾਨੂੰ ਇਹ ਅਪੀਲ ਕਰਦੀ ਹਾਂ ਕਿ ਤੁਸੀਂ ਇਹ ਜਿਹਾ ਕੰਮ ਕਰਦੇ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਤੁਹਾਡੇ ਮਰਨ ਤੋਂ ਬਾਅਦ ਤੁਹਾਡੀ ਸਮਾਧ ਦੇ ਫੁੱਲਾਂ ਦੇ ਹਾਰ ਪਾ ਕੇ ਆਉਂਦੀ। ਤੁਸੀਂ ਇਹ ਜਿਹਾ ਕੰਮ ਨਾ ਕਰੋ ਕਿ ਤੁਹਾਡੇ ਮਰਨ ਤੋਂ ਬਾਅਦ ਸਾਡੀ ਆਉਣ ਵਾਲੀ ਜਨਰੇਸ਼ਨ ਤੁਹਾਡੀਆਂ ਸਮਾਧਾਂ ਤੇ ਜਾ ਕੇ ਛਿੱਤਰ ਮਾਰੇ ਤੇ ਤੁਹਾਨੂੰ ਫਟਕਾਰਾਂ ਦੇਵੇ। ਤੁਸੀਂ ਇਹ ਜਿਹਾ ਕੰਮ ਨਾ ਕਰੋ ਮੋਦੀ ਜੀ। ਤੁਹਾਡਾ ਇਹ ਕੰਮ ਕਰਨ ਦਾ ਮਤਲਬ ਨਹੀਂ ਸੀ ਹੈਗਾ। ਤੁਸੀਂ ਕੀ ਸੋਚਿਆ ਸੀ ਵੀ ਥਾਲੀ ਵਜਾਓ ਤਾਲੀ ਖੜਕਾਓ ਤੇ ਤੁਹਾਡੇ ਲੋਕਾਂ ਨੇ ਸਾਥ ਦਿਆ ਤਾਂ ਤੁਸੀਂ ਕੀ ਬਣ ਬੈਠੇ। ਅਸੀਂ ਉਸ ਲੋਕ ਨਹੀਂ ਹੈਗੇ ਵੀ ਥਾਲੀ ਵਜਾਵਾਂਗੇ ਤੇ ਤਾਲੀ ਵਜਾਵਾਂਗੇ। ਤੁਸੀਂ ਤਾਲੀ ਵਜਾ ਕੇ ਥਾਲੀ ਵਜਾ ਕੇ ਕਰੋਨਾ ਭਜਾ ਸਕਦੇ ਹੋ। ਤੁਸੀਂ ਇਹ ਕੰਮ ਕਰਕੇ ਸਾਨੂੰ ਕਿਸਾਨ ਯੂਨੀਅਨ ਨੂੰ ਨਹੀਂ ਭਜਾ ਸਕਦੇ। ਅਸੀਂ ਕਿਸਾਨ ਹਾਂ ਸਾਡੇ ਬੱਚੇ ਕਿਸਾਨ ਨੇ ਅਸੀਂ ਕਿਸਾਨੀ ਹੀ ਕਰਦੇ ਹਾਂ। ਮੋਦੀ ਜੀ ਤੁਸੀਂ ਕਿਵੇਂ ਸੋਚ ਲਿਆ ਵੀ ਤੁਹਾਨੂੰ ਅਸੀਂ ਆਪਣੀਆਂ ਜ਼ਮੀਨਾਂ ਦੇ ਹੱਕ ਕਿਵੇਂ ਦੇ ਸਕਦੇ ਹਾਂ। ਇੱਥੇ ਕਿਹੜੇ ਅੰਡਾਨੀਏ ਬਣ ਗਏ ਆਣ ਕੇ ਸਾਡੀਆਂ ਪੈਲੀਆਂ ਤੇ ਰਾਜ ਕਰਨਗੇ। ਇਹ ਸਾਡੇ ਬਾਬੇ ਨਾਨਕ ਨੇ ਸਾਨੂੰ ਸਿਖਾਇਆ ਸੀ ਕਿਰਤ ਕਰੋ ਤੇ ਵੰਡ ਛਕੋ। ਹਲ ਚਲਾਉਣਾ ਸਾਨੂੰ ਸਾਡੇ ਬਾਬੇ ਨਾਨਕ ਨੇ ਸਿਖਾਇਆ ਤੇ ਅਸੀਂ ਇਹ ਕਿਵੇਂ ਮੋਦੀ ਨੂੰ ਇਹ ਆਪਣੇ ਬਾਬੇ ਨਾਨਕ ਦੇ ਬਚਨਾਂ ਤੇ ਪਾਣੀ ਫੇਰਨ ਦੇ ਦਈਏ। ਅਸੀਂ ਇਹ ਮੋਦੀ ਨੂੰ ਕਦੇ ਵੀ ਨਹੀਂ ਹੋਣ ਦਿਆਂਗੇ। ਇਹ ਮੋਦੀ ਸੋਚ ਆਪਦੀ ਰੱਦ ਕਰ ਲਵੇ ਤੇ ਚੰਗੀ ਗੱਲ ਏ ਨਹੀਂ ਤਾਂ ਅਸੀਂ ਵੱਧ ਚੜ ਕੇ ਜਿੱਥੋਂ ਤੱਕ ਵੀ ਹੋ ਸਕਿਆ ਅਸੀਂ ਸੰਘਰਸ਼ ਕਰਾਂਗੇ। ਅਸੀਂ ਮਰਾਂਗੇ ਅਸੀਂ ਆਪਣੇ ਬੱਚਿਆਂ ਨੂੰ ਤਾਂ ਬਚਾ ਲਾਂਗੇ। ਜੇ ਅਸੀਂ ਮਰ ਜਾਵਾਂਗੇ ਤਾਂ ਸਾਨੂੰ ਕੋਈ ਫਰਕ ਨਹੀਂ ਪਵੇਗਾ। ਅਸੀਂ ਮੋਦੀ ਨੂੰ ਕਦੇ ਵੀ ਆਪਣੀਆਂ ਜ਼ਮੀਨਾਂ ਤੇ ਕਾਬਜ਼ ਨਹੀਂ ਹੋਣ ਦੇਵਾਂਗੇ। ਮੋਦੀ ਇਹ ਸੋਚ ਤੂੰ ਆਪਦੀ ਹਟਾ ਲੇਂਗਾ ਤੇ ਚੰਗਾ ਰਵੇਂਗਾ ਨਹੀਂ ਤਾਂ ਸਾਡੇ ਪੰਜਾਬ ਦੀਆਂ ਸਾਡੇ ਦੇਸ਼
ਜਾਂਦੀਆਂ, ਮਰਦ ਤਾਂ ਮਰਦ ਜਾਂਦੇ ਹੀ ਸੀ, ਪਰ ਸਾਡੀਆਂ ਔਰਤਾਂ ਵੀ ਮਰਦਾਂ ਨਾਲੋਂ ਘੱਟ ਨਹੀਂ ਹੈਗੀਆਂ। ਜਿੱਥੇ ਵੀ ਤੂੰ ਚੈਲੰਜ ਕਰੇਂਗਾ ਅਸੀਂ ਉੱਥੇ ਹੀ ਪਹੁੰਚਾਂਗੇ। ਮੋਦੀ ਇਹਨਾਂ ਗੱਲਾਂ ਤੋਂ ਬਾਜ ਆ ਜਾ। ਮੈਂ ਤੈਨੂੰ ਵਾਰ-ਵਾਰ ਚੈਲੰਜ ਕਰਦੀ ਆ ਕਿ ਮੋਦੀ ਸਾਨੂੰ ਔਰਤਾਂ ਨਾ ਜਾਣੀ, ਅਸੀਂ ਔਰਤਾਂ ਨਹੀਂ, ਅਸੀਂ ਮਰਦਾਂ ਨਾਲ ਵੀ ਵੱਧ ਜਿਗਰੇ ਵਾਲੀਆਂ ਔਰਤਾਂ ਹਾਂ। ਅਸੀਂ ਪਿੱਛੇ ਨਹੀਂ ਹਟਾਂਗੇ, ਸਾਨੂੰ ਮਰਨਾ ਮਨਜ਼ੂਰ ਹੈ। ਅਸੀਂ ਜ਼ਮੀਨਾਂ ਨਹੀਂ ਛੱਡਣੀਆਂ ਆਪਦੀਆਂ, ਨਾ ਅਸੀਂ ਅੰਡਾਨੀਆਂ ਬਾਨੀਆਂ ਨੂੰ ਇੱਥੇ ਵੜਨ ਦੇਣਾ ਹੈ, ਨਾ ਅਸੀਂ ਮੋਦੀ ਸਰਕਾਰ ਨੂੰ ਇੱਥੇ ਪਾਸ ਹੋਣ ਦੇਣਾ ਹੈ। ਮੋਦੀ ਤੈਨੂੰ ਸਰਕਾਰ ਇਸ ਵਾਸਤੇ ਬਣਾਇਆ ਸੀ ਕਿ ਤੂੰ ਸਾਡੇ ਹੱਕਾਂ ਤੇ ਸੱਚਾਂ ਦੀ ਰਾਖੀ ਕਰੇਂਗਾ। ਮੋਦੀ ਤੂੰ ਤਾਂ ਸਾਡੇ ਹੱਕ ਹੀ ਖੋਹਣ ਲੱਗ ਗਿਆ। ਕੀ ਸਮਝਿਆ ਤੂੰ ਆਪਣੇ ਆਪ ਨੂੰ? ਕੀ ਸਮਝਿਆ ਤੂੰ ਮੋਦੀ ਆਪਣੇ ਆਪ ਨੂੰ? ਤੂੰ ਤਾਂ ਸਾਡੇ ਹੱਕ ਹੀ ਖੋਹਣ ਲੱਗ ਗਿਆ। ਅੱਗੋਂ ਤਾਂ ਮੋਦੀ ਤੂੰ ਆਪਦੀ ਤੇਰੀ ਫੱਟੀ ਪੋਚੀ ਗਈ ਹੈ ਸਾਡੇ ਵੱਲੋਂ। ਬੀਬੀਆਂ ਇਕੱਠੀਆਂ ਹੋਈਆਂ, ਮੈਂ ਮਤਲਬ ਇਸ ਚੀਜ਼ ਲਈ ਖੁਸ਼ ਹਾਂ ਕਿ ਇੰਨੀਆਂ ਲੇਡੀਜ਼ ਇੱਥੇ ਆ ਰਹੀਆਂ ਨੇ। ਬਟ ਮਹਿਲਾ ਕਿਸਾਨਾਂ ਨੇ ਸਾਡੇ ਲਈ ਮਤਲਬ ਬਹੁਤ ਕੁਝ ਕਰ ਰਹੇ ਮਹਿਲਾ ਵਾਸਤੇ। ਬਸ ਸਰਕਾਰ ਨੇ ਅਜੇ ਤੱਕ ਸਾਡੇ ਵਾਸਤੇ ਕੀ ਕੀਤਾ? ਸਰਕਾਰ ਕਹਿ ਰਹੀ ਕਿ ਅਸੀਂ ਮਹਿਲਾ ਦਿਵਸ ਮਨਾਉਣੇ ਆ, ਕਿ ਸਰਕਾਰ ਸਾਨੂੰ ਕੀ ਦੇ ਰਹੀ ਹੈ? ਹਰ 2 ਮਿੰਟ ਬਾਅਦ ਰੇਪ ਹੋ ਰਿਹਾ ਹੈ, ਹਰ 2 ਮਿੰਟ ਬਾਅਦ ਛੇੜਛਾੜ ਹੋ ਰਹੀ ਹੈ। ਸਰਕਾਰ ਕਿੱਥੇ ਸੁੱਤੀ ਪਈ ਹੈ? ਅਸੀਂ ਸਰਕਾਰ ਨੂੰ ਇਹ ਕੁਐਸਚਨ ਪੁੱਛਣਾ ਚਾਹੁੰਦੇ ਆ ਕਿ ਸਰਕਾਰ ਨੂੰ ਕੁਝ ਨਹੀਂ ਪਤਾ ਲੱਗਿਆ। ਸਰਕਾਰ ਦੇ ਖੁਦ ਜਿਹੜੇ ਮੰਤਰੀ ਨੇ ਉਹ ਹੀ ਸਾਰਾ ਕੁਝ ਕਰ ਰਹੇ ਨੇ, ਕਿ ਸਰਕਾਰ ਉਹਨਾਂ ਨੂੰ ਸੀਟਾਂ ਦੇ ਰਹੀ ਹੈ ਇੱਥੇ। ਕਿਸਾਨ ਆਗੂਆਂ ਵੱਲੋਂ ਇਹੀ ਕਿਹਾ ਜਾ ਰਿਹਾ ਵੱਧ ਤੋਂ ਵੱਧ ਬੀਬੀਆਂ 26 ਤਰੀਕ ਦੇ ਜਿਹੜੇ ਟਰੈਕਟਰ ਮਾਰਚ ਆ ਉਹ ਟਰੈਕਟਰ ਚਲਾ ਕੇ ਉੱਥੇ ਪਹੁੰਚਣ। ਤੁਸੀਂ ਵੀ ਉੱਥੇ ਪਹੁੰਚੋਗੇ ਇਸ ਤਰ੍ਹਾਂ? ਹਾਂਜੀ, ਮੈਂ ਜ਼ਰੂਰ ਜਾਵਾਂਗੀ ਉੱਥੇ, ਕਿਉਂਕਿ ਇਹ ਹੁਣ ਸਾਡਾ ਸਭ ਦੀ ਲੜਾਈ ਹੈ। ਸਾਨੂੰ ਸਭ ਨੂੰ ਇੱਕੁਲ ਹੋ ਕੇ ਚੱਲਣਾ ਚਾਹੀਦਾ। ਸਰਕਾਰ ਨੇ ਸਾਨੂੰ ਸਿਰਫ ਭੜਕਾਇਆ ਹੀ ਆ ਕਿ ਆਹ ਜਾਤੀ ਹੋ ਗਈ, ਧਰਮ ਹੋ ਗਿਆ, ਆਹ ਹੋ ਗਿਆ, ਆਹ ਹੋ ਗਿਆ, ਕਿ ਸਰਕਾਰ ਸਾਨੂੰ ਮੂਰਖ ਬਣਾਉਂਦੀ ਰਹੀ ਅੱਜ ਤੱਕ। ਅਸੀਂ ਮੂਰਖ ਨਹੀਂ ਬਣਾਂਗੇ ਹੁਣ। ਇੱਕ ਜਿਹੜੇ ਸਰਕਾਰ ਵੱਲੋਂ ਵੱਖ-ਵੱਖ ਜਥੇਬੰਦੀਆਂ ਹੋਣ, ਚਾਹੇ ਲੰਗਰ ਰੋਣ ਦਾ ਹੋਵੇ, ਚਾਹੇ ਪੱਤਰਕਾਰ ਭਾਈਚਾਰਾ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਜਥੇਬੰਦੀ ਆ, ਉਹਨੂੰ ਐਨਆਈਏ ਦੇ ਨੋਟਿਸ ਆ ਰਿਹਾ, ਕਿਸ ਤਰ੍ਹਾਂ ਦੇਖਦੇ ਹੋ? ਐਨਆਈ ਨੋਟਿਸ ਕੱਢਦੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਕਿ ਉਹ ਖੁਦ ਸਰਕਾਰ ਤੋਂ ਪ੍ਰਭਾਵਿਤ ਨਹੀਂ ਹੋ ਰਹੀਗੀ, ਕਿ ਉਹ ਪਹਿਲਾਂ ਕਿੱਥੇ ਸੁੱਤੀ ਪਈ ਸੀ? ਪਹਿਲਾਂ ਨਹੀਂ ਸੀ ਨੋਟਿਸ ਕੱਢ ਸਕਦੀਗੀ, ਅੱਜ ਹੀ ਕਿਉਂ ਨੋਟਿਸ ਕੱਢ ਰਹੀ ਸਭ ਨੂੰ? ਅੱਜ ਉਹ ਕਿੱਥੇ ਆ? ਅੱਜ ਜੇ ਅਸੀਂ ਜਾਈਏ ਕਿ ਇਹਨਾਂ ਦੇ ਪੈਸੇ ਆਉਂਦੇ ਪਏ, ਉਹ ਕਿੱਥੋਂ ਆਉਂਦੇ ਪਏ ਆ? ਜਿਹੜਾ ਪ੍ਰਧਾਨ ਮੰਤਰੀ ਆਪਣਾ, ਉਹ ਪਹਿਲਾਂ ਚਾਹ ਬਣਾਉਂਦਾ ਸੀਗਾ, ਉਹਨੂੰ ਪੁੱਛੋ ਤੂੰ ਪ੍ਰਧਾਨ ਮੰਤਰੀ ਦੀ ਕੋਠੀ ਤੇ ਕਿਵੇਂ ਕੁਰਸੀ ਤੇ ਕਿਵੇਂ ਪਹੁੰਚ ਗਿਆ ਹੈ? ਤੇਰੇ ਕੋਲ ਫੰਡਿੰਗ, ਤੇਰੇ ਕੋਲ ਪੈਸੇ ਕਿੱਥੋਂ ਆਏ? ਤੂੰ ਕਿਹਨੂੰ ਉਹਦਾ ਬਿਊਰੋ ਦੇਵੇਂਗਾ? 26 ਤਰੀਕ ਦੇ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜਿਸ ਤਰ੍ਹਾਂ ਟਰੈਕਟਰ ਰੈਲੀਆਂ ਨੂੰ ਹਰ ਇੱਕ ਪਾਸੇ ਜ਼ੋਰ ਲਾਇਆ ਜਾ ਰਿਹਾ, ਵੱਧ ਤੋਂ ਵੱਧ ਜਾਵਾਂਗੇ ਦਿੱਲੀ ਪਹੁੰਚਣ ਕਿਸਾਨ, ਚਾਹੇ ਆਦਮੀ ਆ ਚਾਹੇ ਔਰਤ, ਟਰੈਕਟਰ ਚਲਾ ਕੇ ਉੱਥੇ ਪਹੁੰਚਣ। ਹਾਂਜੀ, ਮੈਂ ਚਾਹੁੰਦੀ ਹਾਂ ਕਿ ਸਭ ਉੱਥੇ ਪਹੁੰਚਣ, ਕਿਉਂਕਿ ਜੇ ਅਸੀਂ ਅੱਜ ਜਾਵਾਂਗੇ ਤਾਂ ਹੀ ਸਾਨੂੰ ਸਾਡੇ ਰਾਈਟਸ ਮਿਲਣਗੇ। ਕਿਉਂਕਿ ਸਰਕਾਰ ਤਾਂ ਦੇ ਮਤਲਬ ਸਭ ਤੋਂ ਥੱਲੇ ਗਿਰ ਚੁੱਕੀ ਹੈ ਸਰਕਾਰ ਅੱਜ ਤਾਂ, ਕਿਉਂਕਿ ਸਰਕਾਰ ਸਿਰਫ ਅਡਾਨੀਆਂ ਬਾਂਦੀਆਂ ਨਹੀਂ ਬਣ ਚੁੱਕੀ ਆ, ਇਹ ਸਭ ਨੂੰ ਵੇਚਣਾ ਚਾਹੁੰਦੀ ਆ। ਲੋਕਾਂ ਨੂੰ ਕੀ ਅਪੀਲ ਹੈ? ਲੋਕਾਂ ਨੂੰ ਇਹੀ ਅਪੀਲ ਕਿ ਵੱਧ ਚੜ੍ਹ ਕੇ ਇਸ ਅੰਦੋਲਨ ਦੇ ਵਿੱਚ ਹਿੱਸਾ ਲਵੋ, ਕਿਉਂਕਿ ਅੱਜ ਜੇ ਅਸੀਂ ਅੱਜ ਨਾ ਖੜੇ ਤਾਂ ਅਸੀਂ ਕਦੇ ਵੀ ਨਹੀਂ ਖੜਾਂਗੇ, ਕਿ ਸਾਨੂੰ ਅੱਜ ਸਭ ਨੂੰ ਇਕੱਠੇ ਹੋਣਾ ਚਾਹੀਦਾ ਤੇ ਅੱਜ ਅਸੀਂ ਆਦੇ ਹੱਕਾਂ ਲਈ ਲੜ ਸਕੀਏ। ਜਿੰਨੇ ਵੀ ਸਰਕਾਰ ਨੇ ਕਾਨੂੰਨ ਬਣਾਏ ਆ ਸਰਕਾਰ ਜਦੋਂ ਦੂਜੀ ਵਾਰੀ ਆਈ ਆ, ਸਰਕਾਰ ਨੇ ਇੰਨੇ ਕੇ ਕਾਨੂੰਨ ਬਣਾ ਦਿੱਤੇ ਕਿ ਕੋਈ ਵੀ ਲੋਕ ਇਹਦੇ ਵਿਰੁੱਧ ਬੋਲਦੇ ਨਹੀਂ। 370 ਖਤਮ ਕਰ ਦਿੱਤੀ। ਇਹਨੂੰ ਸੀ ਕਿ ਲੋਕ ਨਹੀਂ ਬੋਲਣਗੇ, ਮੈਂ ਆਹ ਕਾਨੂੰਨ ਬਣਾਤਾ, ਸਰਕਾਰ ਲੋਕ ਨਹੀਂ ਬੋਲਣਗੇ। ਤੇ ਅੱਜ ਕਿਸਾਨਾਂ ਵਾਸਤੇ ਵੀ ਇਹੀ ਕੁਛ ਕਰ ਰਹੀ ਆ। ਅੱਜ ਲੋਕ ਇਕੱਠੇ ਹੋਏ ਨੇ, ਅੱਜ ਲੋਕਾਂ ਨੂੰ ਆਦੀ ਇੱਕ ਤਰ੍ਹਾਂ ਪਤਾ ਲੱਗਾ ਹੈ। ਅੱਜ ਸਰਕਾਰ ਵੀ ਇਸ ਚੀਜ਼ ਤੋਂ ਡਰਦੀ ਪਈ ਆ, ਤੇ ਇਹੀ ਹੈ ਕਿ ਅੱਜ ਜਾਓ ਉੱਥੇ ਤੇ ਸਰਕਾਰ ਨੂੰ ਨੀਵਾਂ ਕਰੋ। ब्यूरो रिपोर्ट D5 चैनल हिंदी।